ਜਦੋਂ ਹਿੰਦੁਸਤਾਨ ਮਤਲਬ ਹੋਂਦ ਦੇ ਵਿੱਚ ਆਉਂਦਾ ਹੈ ਤਾਂ ਉਸ ਸਮੇਂ ਵੀ ਇੱਕ ਪ੍ਰੀ ਪਲਾਨਡ ਤਰੀਕੇ ਦੇ ਨਾਲ ਔਰ ਪੰਜਾਬ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ। ਜਿਹੜੀ ਵੀ ਕੇਂਦਰ ਤੇ ਸਰਕਾਰ ਬਣੀ, ਚਾਹੇ ਉਹ ਕਾਂਗਰਸ ਦੀ ਬਣੀ, ਲੰਮਾ ਸਮਾਂ ਕਾਂਗਰਸ ਰਹੀ ਹੈ ਤੇ ਉਸ ਤੋਂ ਬਾਅਦ ਉਹ ਸਾਂਝੇ ਮੋਰਚੇ ਦੀ ਸਰਕਾਰ ਵੀ ਰਹੀ ਹੈ ਤੇ ਅੱਜ ਮੋਦੀ ਦੀ ਹੈ। ਔਰ ਇਹਨਾਂ ਸਾਰੀਆਂ ਸਰਕਾਰਾਂ ਨੇ ਪੰਜਾਬ ਨਾਲ ਹਮੇਸ਼ਾ ਵਿਤਕਰਾ ਕੀਤਾ ਹੈ। ਪੰਜਾਬ ਦੇ ਵਿੱਚ ਪਹਿਲਾਂ ਜਿਹੜੀ 84 ਤੋਂ ਦੇ ਵਿੱਚ ਖੂਨ ਦੀ ਹੋਲੀ ਖੇਡੀ ਗਈ ਔਰ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਔਰ ਪੰਜਾਬ ਨੂੰ ਸਬਕ ਸਿਖਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਆ ਔਰ ਇਹ ਕਦੇ ਵੀ ਮੈਨੂੰ ਲੱਗਦਾ ਕਾਮਯਾਬ ਨਹੀਂ ਹੋਣੀ। ਕਿਸੇ ਵੀ ਕੌਮ ਦੇ ਕਿਸੇ ਵੀ ਵਰਗ ਦੇ ਜਦੋਂ ਤੁਸੀਂ ਜਜ਼ਬਾਤਾਂ ਨਾਲ ਖੇਡੋਗੇ ਤਾਂ ਉਹਦੇ ਨਤੀਜੇ ਗਲਤ ਨਿਕਲਦੇ। ਸਰਕਾਰ ਆਪਣੇ ਤਰ੍ਹਾਂ ਕੋਸ਼ਿਸ਼ਾਂ ਕਰਦੀ ਹੈ। ਉਹਨਾਂ ਨੇ ਦਿੱਲੀ ਮੋਰਚੇ ਦੇ ਵਿੱਚ ਵੀ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਲੇਕਿਨ ਸਰਕਾਰ ਅਸਫਲ ਰਹੀ ਹੈ ਔਰ ਮੋਰਚਾ ਸਫਲ ਹੋਇਆ। ਕੌਮੀ ਇਨਸਾਫ ਮੋਰਚੇ ਦੇ ਵਿੱਚ ਮੌਜੂਦ ਹੈ। ਵੱਡੀ ਸ਼ਮੂਲੀਅਤ ਵੱਖ-ਵੱਖ ਪੰਜਾਬ ਪੱਖੀ ਧਿਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਤਾਂ ਸਾਡੇ ਨਾਲ ਸਰਦਾਰ ਕਰਨੈਲ ਸਿੰਘ ਜਖੇਪਲ ਨੇ, ਸੂਬਾ ਆਗੂ ਡੈਮੋਕ੍ਰੇਟਿਵ IDP। ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ। ਵੱਡਾ ਜੱਥਾ ਲੈ ਕੇ ਪਹੁੰਚੇ ਨੇ। ਭਾਈ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਸਰੋਤਿਆਂ ਨੂੰ ਫਤਿਹ। ਤੇ ਅੱਜ ਅਸੀਂ ਇੰਟਰਨੈਸ਼ਨਲ ਡੈਮੋਕ੍ਰੈਟਿਕ ਪਲੇਟਫਾਰਮ ਵੱਲੋਂ IDP ਵੱਲੋਂ ਇੱਕ ਜਥਾ ਲੈ ਕੇ ਕੌਮੀ ਇਨਸਾਫ ਮੋਰਚੇ ਦੀ ਹਮਾਇਤ ਦੇ ਵਿੱਚ ਪਹੁੰਚੇ ਹਾਂ, ਕਿਉਂਕਿ ਇਹ ਮੰਗਾਂ ਨੇ ਜਿਹੜੀਆਂ ਇਨਸਾਫ ਮੋਰਚੇ ਨੇ ਰੱਖੀਆਂ ਨੇ, ਇਹ ਸਮੁੱਚੇ ਪੰਜਾਬੀਆਂ ਦੀਆਂ ਮੰਗਾਂ ਨੇ। ਇਹ ਕੋਈ ਜਿਹੜੀਆਂ ਜਾਇਜ਼ ਨੇ ਕਿ ਇੱਕ ਸਰਕਾਰਾਂ ਨੂੰ ਇਹਨਾਂ ਗੱਲਾਂ ਬਾਰੇ ਸੋਚਣਾ ਚਾਹੀਦਾ ਹੈ। ਅਸੀਂ ਮੰਗ ਕਰਦੇ ਹਾਂ ਕਿ ਜਿਹੜੇ ਵੀ ਸਿੰਘ ਆਪਦੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਔਰ ਉਹਨਾਂ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ, ਤੇ ਇਸ ਲਈ ਉਹ ਇਹ ਮੋਰਚਾ ਜਿਹੜਾ ਲੱਗਿਆ ਉਹ ਇਸ ਗੱਲ ਦੇ ਉੱਤੇ ਲੱਗਿਆ ਕਿ ਸਿੱਖਾਂ ਦੇ ਨਾਲ ਇੱਕ ਖਾਸ ਤੌਰ ਦੇ ਉੱਤੇ ਇੱਕ ਵਿਤਕਰਾ ਕੀਤਾ ਜਾ ਰਿਹਾ ਹੈ ਕਿ ਜਿਹੜਾ ਵੱਖਰੇ ਤੌਰ ਤੇ ਟਰੀਟ ਕੀਤਾ ਜਾ ਰਿਹਾ ਹੈ। ਕਿਉਂਕਿ ਜਿਹੜੇ ਵੀ ਕੌਮਾਂ ਜਾਂ ਜਿਹੜੇ ਵਿਅਕਤੀ ਜਿਹੜੇ ਸਟੇਟ ਦੇ ਖਿਲਾਫ ਜਾਂ ਸਟੇਟ ਦੀਆਂ ਗਲਤੀਆਂ ਦੇ ਖਿਲਾਫ ਲੜਨ ਦੀ ਹਿੰਮਤ ਰੱਖਦੇ ਆ ਔਰ ਉਹਨਾਂ ਨੂੰ ਕੇਂਦਰ ਵੱਲੋਂ ਤੇ ਪੰਜਾਬ ਦੀ ਸਰਕਾਰ ਵੱਲੋਂ ਸਬਕ ਸਿਖਾਉਣ ਦਾ ਨਜ਼ਰੀਆ ਅਖਤਿਆਰ ਕੀਤਾ ਜਾ ਰਿਹਾ। ਤੁਸੀਂ ਜ਼ਿਕਰ ਕੀਤਾ ਕਿ ਵੱਖਰੇ ਤੌਰ ਤੇ ਟਰੀਟ ਕੀਤਾ ਜਾਂਦਾ, ਤਾਂ ਜੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਗਵਰਨਮੈਂਟ ਦੀ ਇਹਦੇ ਪਿੱਛੇ ਮਨਸ਼ਾ ਕੀ ਨਜ਼ਰ ਆਉਂਦੀ ਹੈ ਜੀ? ਇਹਦੇ ਪਿੱਛੇ ਮਨਸ਼ਾ ਇਹ ਹੈ ਕਿ ਸਭ ਤੋਂ ਪਹਿਲਾਂ ਜੇ ਅਸੀਂ ਸਟਾਰਟਿੰਗ ਪੁਆਇੰਟ 'ਚ ਦੇਖੀਏ ਕਿ ਜਦੋਂ ਹਿੰਦੁਸਤਾਨ ਮਤਲਬ ਹੋਂਦ ਦੇ ਵਿੱਚ ਆਉਂਦਾ ਹੈ ਤਾਂ ਉਸ ਸਮੇਂ ਵੀ ਇੱਕ ਪ੍ਰੀ ਪਲਾਨਡ ਤਰੀਕੇ ਦੇ ਨਾਲ ਔਰ ਪੰਜਾਬ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ। ਉਸ ਵੰਡ ਦੇ ਦੌਰਾਨ ਕਿ ਅੱਧਾ ਪਾਕਿਸਤਾਨ ਦੇ ਵਿੱਚ ਚਲਿਆ ਗਿਆ ਤੇ ਕੁਝ ਹਿੰਦੁਸਤਾਨ ਦੇ ਵਿੱਚ ਰਹਿ ਗਿਆ। ਉਸ ਤੋਂ ਬਾਅਦ ਵੀ ਲਗਾਤਾਰ ਪੰਜਾਬ ਦੇ ਨਾਲ ਵਿਤਕਰੇ ਦੀ ਜਿਹੜੀ ਨੀਤੀ ਹੈ ਕੇਂਦਰ ਨੇ ਇਖਤਿਆਰ ਕੀਤੀ ਹੈ, ਉਹ ਚਾਹੇ ਪਾਣੀਆਂ ਦੇ ਮਾਮਲੇ 'ਚ ਲਾਈਏ, ਚਾਹੇ ਉਹ ਖੇਤੀ ਦੇ ਮਾਮਲੇ 'ਚ ਲਾਈਏ, ਜਾਂ ਜਿੰਨੇ ਵੀ ਅਸੀਂ ਚੀਜ਼ਾਂ ਮਤਲਬ ਉਹ ਕਰਦੇ ਹਾਂ ਤਾਂ ਪੰਜਾਬ ਨਾਲ ਇੱਕ ਵਿਤਕਰਾ ਪੂਰਾ ਨਜ਼ਰ ਆਉਂਦਾ ਹੈ। ਔਰ ਇਸ ਤੋਂ ਇਲਾਵਾ ਜਿਹੜੀ ਵੀ ਕੇਂਦਰ ਤੇ ਸਰਕਾਰ ਬਣੀ, ਚਾਹੇ ਉਹ ਕਾਂਗਰਸ ਦੀ ਬਣੀ, ਲੰਮਾ ਸਮਾਂ ਕਾਂਗਰਸ ਰਹੀ ਹੈ ਤੇ ਉਸ ਤੋਂ ਬਾਅਦ ਉਹ ਸਾਂਝੇ ਮੋਰਚੇ ਦੀ ਸਰਕਾਰ ਵੀ ਰਹੀ ਹੈ ਤੇ ਅੱਜ ਮੋਦੀ ਦੀ ਹੈ। ਔਰ ਇਹਨਾਂ ਸਾਰੀਆਂ ਸਰਕਾਰਾਂ ਨੇ ਪੰਜਾਬ ਨਾਲ ਹਮੇਸ਼ਾ ਵਿਤਕਰਾ ਕੀਤਾ ਹੈ ਔਰ ਇਸੇ ਲਈ ਅੱਜ ਪੰਜਾਬ ਦੇ ਮੁੱਦੇ ਨੇ ਜਿਹੜੇ, ਉਹ ਚਾਹੇ ਸਿੰਘਾਂ ਦੀ ਰਿਹਾਈ ਦਾ ਮਾਮਲਾ ਹੋਵੇ ਤੇ ਚਾਹੇ ਉਹ ਗੁਰੂ ਸਾਹਿਬ ਦੀ ਬੇਅਦਬੀ ਦਾ ਸਵਾਲ ਖੜ੍ਹਾ ਹੈਗਾ ਤੇ ਚਾਹੇ ਉਹ ਪੰਜਾਬ ਦੇ ਪਾਣੀਆਂ ਦਾ ਸਵਾਲ ਹੈ ਕਿ ਪਾਣੀਆਂ ਦੀ ਜਿਹੜੀ ਮਾਲਕੀ ਸੀ ਰਿਪੇਰੀਅਨ ਕਾਨੂੰਨ ਦੇ ਤਹਿਤ ਉਹ ਪੰਜਾਬ ਦੀ ਸੀ ਔਰ ਇਹ ਮੰਨਣ ਦੀ ਬਜਾਏ ਸਗੋਂ ਪੰਜਾਬ ਦਾ ਪਾਣੀ ਗਲਤ ਤਰੀਕੇ ਨਾਲ ਬਾਹਰਲੀਆਂ ਸਟੇਟਾਂ ਨੂੰ ਵੰਡ ਕੇ ਔਰ ਪੰਜਾਬ ਨੂੰ ਦਾ ਪਾਣੀ ਜਿਹੜਾ ਹੇਠਲਾ ਵੀ ਮਕਾਉਣ ਵੱਲ ਚੱਲੇ ਹਾਂ ਅਸੀਂ, ਕਿਉਂਕਿ ਟਿਊਬਵੈੱਲਾਂ 'ਤੇ ਨਿਰਭਰ ਕੀਤਾ ਔਰ ਟਿਊਬਵੈੱਲਾਂ ਦੇ ਨਾਲ ਅਸੀਂ ਹੇਠਲਾ ਪਾਣੀ ਵੀ ਮਕਾਉਣ ਜਾ ਰਹੇ ਹਾਂਗੇ। ਇਸ ਭਾਈ ਜਗਤਾਰ ਸਿੰਘ ਹਵਾਰਾ ਦੀ ਗੱਲ ਕੀਤੀ ਜਾਂਦੀ ਹੈ ਤਾਂ ਮੋਰਚਾ ਆਗੂਆਂ ਦੇ ਵੱਲੋਂ ਵੱਡਾ ਐਕਸ਼ਨ ਲਿਆ ਜਾਂਦਾ ਹੈ, ਕਿਉਂਕਿ ਜਿਹੜੇ ਮੋਰਚੇ ਦੇ ਆਗੂ ਨੇ ਉਹਨਾਂ ਦੇ ਵੱਲੋਂ ਇੱਕ ਦਲੀਲ ਦਿੱਤੀ ਗਈ ਹੈ ਕਿ ਜਿਹੜੇ ਗੈਂਗਸਟਰ ਨੇ, ਜਿਹੜੇ ਗੁੰਡਾ ਬਿਰਤੀ ਦੇ ਲੋਕ ਨੇ, ਉਹਨਾਂ ਦੀ ਇੱਥੇ ਮੋਹਾਲੀ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਜਾਂ ਜਿਹੜੀਆਂ ਪੰਜਾਬ ਦੀਆਂ ਅਦਾਲਤਾਂ ਉਹਨਾਂ ਵਿੱਚ ਤਾਂ ਪੇਸ਼ੀ ਹੋ ਸਕਦੀ ਹੈ, ਪਰ ਜੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਪੇਸ਼ੀ ਤੋਂ ਗੌਰਮੈਂਟ ਨੂੰ ਡਰ ਕੀ ਹੈ, ਮਨਸ਼ਾ ਕੀ ਹੈ, ਪੇਸ਼ੀ ਕਿਉਂ ਨਹੀਂ ਕਰਵਾਈ ਜਾ ਰਹੀ? ਨਹੀਂ, ਬਿਲਕੁਲ ਗਲਤ ਹੈ ਇਸ ਲਈ। ਔਰ ਇਹੀ ਬੇਇਨਸਾਫੀ ਹੈ ਨਾ ਕਿ ਅੱਜ ਸਿੱਖਾਂ ਨਾਲ ਇਸ ਦੇਸ਼ ਦੇ ਕਾਨੂੰਨ ਤੋਂ ਅਲੱਹਿਦਗੀ ਦੇ ਨਾਲ ਦੇਖਿਆ ਜਾਂਦਾ ਹੈ, ਕਿਉਂਕਿ ਕਾਨੂੰਨ ਦੇ ਦਾਇਰੇ 'ਚ ਜੇ ਸਭ ਨੂੰ ਪੇਸ਼ੀ ਤੇ ਲੈ ਕੇ ਆਉਣਾ, ਸਭ ਨੂੰ ਕਾਨੂੰਨ ਦੇ ਸਾਹਮਣੇ ਪੇਸ਼ ਕਰਨਾ, ਤਾਂ ਹਵਾਰਾ ਪ੍ਰਤੀ ਵੱਖਰਾ
ਆਈਡੀਆ ਕਿਉਂ ਹੈ, ਇਹ ਵਿਚਾਰ ਕਿਉਂ ਹੈ। ਇਸ ਲਈ ਅੱਜ ਅਸੀਂ ਇਹੀ ਕਹਿੰਦੇ ਹਾਂ ਨਾ ਕਿ ਸਿੱਖਾਂ ਨੂੰ ਜਾਂ ਪੰਜਾਬ ਨੂੰ ਜਿਹੜਾ ਹੋਰ ਨਿਗਾਹ ਦੇ ਨਾਲ ਦੇਖਿਆ ਜਾਂਦਾ, ਇਹੀ ਗਲਤ ਹੈ। ਔਰ ਜਿਹੜਾ ਭਾਰਤ ਦੇ ਸੰਵਿਧਾਨ ਦੇ ਵਿੱਚ ਜਦੋਂ ਤੁਸੀਂ ਵੱਖ-ਵੱਖ ਕੌਮਾਂ ਤੇ ਵੱਖ-ਵੱਖ ਧਰਮਾਂ ਤੇ ਵੱਖ-ਵੱਖ ਫਿਰਕਿਆਂ ਨੂੰ ਇੱਕ ਮੰਨਿਆ ਗਿਆ ਔਰ ਸਭ ਨੂੰ ਇੱਥੇ ਉਹਦੇ ਲਈ ਵਧਣ ਫੁੱਲਣ ਦੇ ਲਈ ਉਹਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਇੱਕ ਸੰਵਿਧਾਨ ਲਿਖਿਆ ਹੈ, ਤਾਂ ਤੁਸੀਂ ਉਹ ਚੀਜ਼ ਤਾਂ ਜਿਹੜੀਆਂ ਕੌਮਾਂ, ਜਿਹੜੇ ਵਿਅਕਤੀ ਜਾਂ ਘੱਟ ਗਿਣਤੀਆਂ ਖਾਸ ਤੌਰ ਤੇ ਇੰਡੀਅਨ ਸਟੇਟ ਦੇ ਉੱਤੇ ਜਿਹੜੇ ਉਹਦੇ ਵਿਤਕਰੇ ਦੇ ਖਿਲਾਫ ਆਵਾਜ਼ ਪੈਦਾ ਕਰਦੀਆਂ ਨੇ, ਉਹਨਾਂ ਦੇ ਉੱਤੇ ਤੁਸੀਂ ਕੇਸ ਬਣਾ ਕੇ ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਜੇਲ੍ਹਾਂ ਦੇ ਵਿੱਚ ਰੱਖਣਾ, ਜਾਂ ਇੱਥੋਂ ਤੱਕ ਕਿ ਪੰਜਾਬ ਦੇ ਵਿੱਚ ਪਹਿਲਾਂ ਜਿਹੜੀ 84 ਤੋਂ ਦੇ ਵਿੱਚ ਖੂਨ ਦੀ ਹੋਲੀ ਖੇਡੀ ਗਈ ਔਰ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਔਰ ਪੰਜਾਬ ਨੂੰ ਸਬਕ ਸਿਖਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ, ਔਰ ਇਹ ਕਦੇ ਵੀ ਮੈਨੂੰ ਲੱਗਦਾ ਕਾਮਯਾਬ ਨਹੀਂ ਹੋਣੀ। ਔਰ ਇਹਦੇ ਉੱਤੋਂ ਕੇਂਦਰ ਸਰਕਾਰ ਨੂੰ ਸਿੱਖਣਾ ਚਾਹੀਦਾ ਕਿ 84 ਦੇ ਵਿੱਚ ਜੇ ਪੰਜਾਬ ਦੇ ਵਿੱਚ ਐਸੇ ਹਾਲਾਤ ਬਣੇ ਤਾਂ ਦੇਸ਼ ਵੀ ਉਹ ਤੋਂ ਵੱਖਰਾ ਨਹੀਂ ਰਹਿ ਸਕਿਆ, ਕਿਉਂਕਿ ਉਹ ਵੀ ਪ੍ਰਧਾਨ ਮੰਤਰੀ ਵੀ ਇੱਕ ਉਸ ਅੱਗ ਦੇ ਵਿੱਚ ਸੜ ਗਿਆ। ਤੇ ਇਸ ਲਈ ਇਹ ਜ਼ਰੂਰੀ ਹੈ ਕਿ ਕਿਸੇ ਵੀ ਕੌਮ ਦੇ, ਕਿਸੇ ਵੀ ਵਰਗ ਦੇ ਜਦੋਂ ਤੁਸੀਂ ਜਜ਼ਬਾਤਾਂ ਨਾਲ ਖੇਡੋਗੇ ਤਾਂ ਉਹਦੇ ਨਤੀਜੇ ਗਲਤ ਨਿਕਲਦੇ ਆ। ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਜਜ਼ਬਾਤਾਂ ਨਾਲ ਖੇਡਣ ਦੀ ਬਜਾਏ ਹਕੀਕਤ ਤੋਂ ਔਰ ਉਸ ਵਰਗ ਦੀਆਂ ਸਮੱਸਿਆਵਾਂ ਨੂੰ ਜਾਣ ਕੇ ਉਸ ਦੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹਨਾਂ ਦੇ ਉੱਤੇ ਵਿਚਾਰ ਕਰਕੇ ਪੂਰੇ ਕਰਕੇ ਉਹਨਾਂ ਨੂੰ ਇਨਸਾਫ ਦੇਣਾ ਚਾਹੀਦਾ। ਮੋਰਚੇ ਦੇ ਵੱਲੋਂ ਜੱਥਾ ਤੋਰਿਆ ਜਾਂਦਾ ਹੈ ਤਾਂ ਸ਼ਾਂਤਮਈ ਜਥੇ ਦੇ ਉੱਪਰ ਪੁਲਿਸ ਦੇ ਵੱਲੋਂ ਲਾਠੀਆਂ ਮਾਰੀਆਂ ਜਾਂਦੀਆਂ, ਪਾਣੀ ਦੀਆਂ ਵਿਛਾੜਾਂ ਕੀਤੀਆਂ ਜਾਂਦੀਆਂ ਹੈ, ਤਾਂ ਕਿਤੇ ਨਾ ਕਿਤੇ ਆਗੂਆਂ ਦੇ ਵੱਲੋਂ ਸ਼ੰਕਾ ਇਹ ਵੀ ਹੈ ਕਿ ਜਿਸ ਤਰੀਕੇ ਦੇ ਨਾਲ ਉੱਥੇ ਕੁਝ ਸ਼ਰਾਰਤੀ ਲੋਕਾਂ ਦੇ ਵੱਲੋਂ ਜਥੇ ਦੇ ਉੱਪਰ ਇੱਟਾਂ ਰੋੜੇ ਵੀ ਬਰਸਾਏ ਜਾਂਦੇ ਨੇ, ਪਰ ਦੂਜੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਵਧੀਕੀ ਇਹ ਕਰ ਦਿੱਤੀ ਜਾਂਦੀ ਹੈ ਕਿ ਜਿਹੜੇ ਆਗੂਆਂ ਦੀ ਮੀਟਿੰਗ ਕੈਬਨਿਟ ਮੰਤਰੀ ਦੇ ਨਾਲ ਹੋ ਰਹੀ ਹੁੰਦੀ ਹੈ ਉਹਨਾਂ ਦੇ ਵਿਰੁੱਧ ਵੀ ਪਰਚੇ ਦਰਜ ਕਰਦੇ ਨੇ। ਕਿਤੇ ਨਾ ਕਿਤੇ ਲੱਗਦਾ ਨਹੀਂ ਹੈ ਕਿ ਮੰਦਭਾਗਾ ਕੀਤਾ ਜਾ ਰਿਹਾ? ਇਹ ਸਰਕਾਰ ਦੀਆਂ ਹਮੇਸ਼ਾ ਨੀਤੀਆਂ ਰਹੀਆਂ ਨੇ ਕਿ ਜਦੋਂ ਵੀ ਕੋਈ ਸਭ ਤੋਂ ਜ਼ਿਆਦਾ ਖਤਰਨਾਕ ਸਰਕਾਰਾਂ ਲਈ ਸ਼ਾਂਤਮਈ ਅੰਦੋਲਨ ਹੁੰਦਾ ਔਰ ਸ਼ਾਂਤਮਈ ਅੰਦੋਲਨ ਉਹਨਾਂ ਨੂੰ ਇਹ ਸਰਕਾਰ ਦੀ ਹਾਰ ਮਹਿਸੂਸ ਹੁੰਦੀ ਹੈ ਤਾਂ ਉਸੇ ਸਮੇਂ ਸਰਕਾਰਾਂ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਕਿ ਆਪਣੇ ਚਹੇਤਿਆਂ ਰਾਹੀਂ ਜਾਂ ਉਹ ਕਿਰਾਏਦਾਰਾਂ ਰਾਹੀਂ ਕਿ ਉਸ ਘੋਲ ਦੇ ਵਿੱਚ ਕੁਝ ਐਸੇ ਬੰਦੇ ਜਾਂ ਮਤਲਬ ਐਸੀ ਭੜਕਾਟ ਪੈਦਾ ਕੀਤੀ ਜਾਵੇ ਜਿਹਦੇ ਨਾਲ ਉਹ ਘੋਲ ਦੀ ਅਸਫਲਤਾ ਹੋਵੇ। ਅਸੀਂ ਇਹ ਮੋਰਚਾ ਦੇ ਸਮੁੱਚੇ ਵਿਅਕਤੀ ਵੀ, ਜਿਹੜੀ ਟੀਮ ਵੀ, ਜਿਹੜੀ ਇਹਦੀ ਮੇਨ ਆਰਗੇਨਾਈਜ਼ ਟੀਮ ਹੈ, ਉਹ ਵੀ ਇਹੀ ਗੱਲ ਕਰਦੀ ਹੈ ਕਿ ਸਾਨੂੰ ਅਜਿਹਾ ਕਦਮ ਕਿਸੇ ਨੂੰ ਵੀ, ਕਿਸੇ ਵਿਅਕਤੀ ਨੂੰ ਵੀ ਨਹੀਂ ਕਰਨਾ ਚਾਹੀਦਾ ਜਿਹੜਾ ਸਾਡੇ ਉਸ ਬੰਦੀ ਸਿੰਘਾਂ ਨੂੰ ਬਾਹਰ ਆਉਣ ਦੇ ਵਿੱਚ ਰੁਕਾਵਟ ਬਣੇ ਜਾਂ ਸਾਡੀ ਕੌਮ ਨੂੰ ਜਾਂ ਸੂਬੇ ਨੂੰ ਬਦਨਾਮ ਕਰਨ ਦਾ ਜਿਹੜਾ ਮੌਕਾ ਦਿੱਤਾ ਜਾਵੇ ਸਰਕਾਰ ਨੂੰ। ਇਸ ਕਰਕੇ ਅਜਿਹਾ ਕਦਮ ਸਾਨੂੰ ਨਹੀਂ ਕਰਨਾ ਚਾਹੀਦਾ। ਸਰਕਾਰ ਆਪਣੇ ਤਰ੍ਹਾਂ ਕੋਸ਼ਿਸ਼ਾਂ ਕਰਦੀ ਹੈ, ਉਹਨਾਂ ਨੇ ਦਿੱਲੀ ਮੋਰਚੇ ਦੇ ਵਿੱਚ ਵੀ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਲੇਕਿਨ ਸਰਕਾਰ ਅਸਫਲ ਰਹੀ ਹੈ ਔਰ ਮੋਰਚਾ ਸਫਲ ਹੋਇਆ। ਬਿਲਕੁਲ ਜੀ। ਸਰਦਾਰ ਕਰਨੈਲ ਸਿੰਘ ਜਖੇਪਲ ਨਾਲ ਗੱਲਬਾਤ ਕੀਤੀ ਹੈ ਤਾਂ ਕਿਤੇ ਨਾ ਕਿਤੇ ਜਿਹੜੇ ਮੋਰਚੇ ਦੇ तमाम ਪੱਖ ਨੇ ਵੱਖ-ਵੱਖ ਤਰ੍ਹਾਂ ਦੇ ਵੱਲੋਂ ਵੱਡੀ ਸ਼ਮੂਲੀਅਤ ਕੀਤੀ ਜਾ ਰਹੀ ਹੈ, ਤਾਂ ਇਹ ਬਹੁਤ ਸਾਰੇ ਕਦਮ ਜਿਹੜੇ ਨੇ ਸ਼ਲਾਘਾਯੋਗ ਨਜ਼ਰ ਆਉਂਦੇ ਨੇ। ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ तमाम ਸ਼ਖਸੀਅਤਾਂ ਨਾਲ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।